ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ ਟੋਰਾਂਟੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਇੱਕ ਖਾਸ ਪੇਸ਼ਕਸ਼। ਅੱਜ ਦਾ ਇਹ ਪ੍ਰੋਗਰਾਮ ਉਹਨਾਂ ਤਮਾਮ ਸਾਡੇ ਜਿਹੜੇ ਇਸ ਵਕਤ ਵਿਊਅਰਸ ਨੇ ਉਹਨਾਂ ਦੇ ਲਈ ਹੈ ਜੋ ਕਿ ਇਸ ਵਕਤ ਵਿਦੇਸ਼ ਜਾਣਾ ਚਾਹੁੰਦੇ ਨੇ, ਵਿਦੇਸ਼ ਜਾਣ ਦੇ ਚਾਹਵਾਨ ਨੇ ਜਾਂ ਵਿਦੇਸ਼ ਵਿੱਚ ਬੈਠੇ ਇਸ ਵਕਤ ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਫਿਰ ਟਰੈਵਲ ਏਜੰਟਸ ਦੇ ਨਾਲ ਆਪਣਾ ਕੇਸ ਡਿਸਕਸ ਕਰ ਰਹੇ ਨੇ। ਕਿਉਂਕਿ ਅੱਜ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਇਹ ਖਬਰ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਸੁਣਨਾ ਤੇ ਅਖੀਰ ਤੱਕ ਇਹ ਖਬਰ ਨੂੰ ਜ਼ਰੂਰ ਦੇਖਿਓ। ਅਸਲ ਦੇ ਵਿੱਚ ਇੱਕ ਧੋਖੇਬਾਜ਼ ਟਰੈਵਲ ਏਜੰਟ ਦੇ ਕਰਕੇ ਆਸਟ੍ਰੇਲੀਆ ਦੇ ਵਿੱਚ ਪਿਛਲੇ 16 ਸਾਲ ਤੋਂ ਰਹਿ ਰਹੇ ਇੱਕ ਪੰਜਾਬੀ ਜੋੜੇ ਨੂੰ ਇਸ ਵੇਲੇ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਸਮੇਂ ਤੇ ਇਸ ਦੇ ਵੱਲੋਂ ਵੱਖ-ਵੱਖ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਜਾਂ ਫਿਰ ਟਰੈਵਲ ਏਜੰਟਸ ਦੇ ਨਾਲ ਆਪਣੇ ਕੇਸ ਨੂੰ ਡਿਸਕਸ ਕੀਤਾ ਗਿਆ। ਕੁਝ ਨੇ ਤਾਂ ਕੁਝ ਸਮੇਂ ਲਈ ਉਹਨਾਂ ਨੂੰ ਉੱਥੇ ਰਾਹਤ ਦਵਾ ਦਿੱਤੀ, ਪਰ ਅਖੀਰ ਦੇ ਵਿੱਚ ਹੁਣ ਉਹਨਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਧੋਖੇਬਾਜ਼ ਟਰੈਵਲ ਏਜੰਟਾਂ ਦੇ ਕਰਕੇ ਨਾ ਸਿਰਫ ਇਸ ਜੋੜੇ ਨੇ ਆਪਣੇ 30 ਤੋਂ 35 ਹਜ਼ਾਰ ਡਾਲਰ ਗਵਾਏ ਨੇ, ਬਲਕਿ ਹੁਣ ਇਹਨਾਂ ਦਾ ਭਵਿੱਖ ਵੀ ਹਨੇਰੇ ਵਿੱਚ ਹੈ। ਇਹ ਖਬਰ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਅਸੀਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗੇ punjabiakhbar.com ਦਾ, ਜਿਨ੍ਹਾਂ ਦੇ ਜ਼ਰੀਏ ਸਾਨੂੰ ਇਸ ਖਬਰ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਅਤੇ ਅਸੀਂ ਇਹ ਖਬਰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਇਸ ਰਿਪੋਰਟ ਨੂੰ ਹਮਦਰਦ ਟੀਵੀ ਰਾਹੀਂ ਸਭ ਦੇ ਸਾਹਮਣੇ ਲਿਆਉਣ ਦਾ ਮਕਸਦ ਸਿਰਫ ਅਤੇ ਸਿਰਫ ਭਾਈਚਾਰੇ ਨੂੰ ਸਾਵਧਾਨ ਕਰਨਾ ਹੈ। ਦੋਸਤੋ, ਅਸੀਂ ਅਕਸਰ ਤੁਹਾਨੂੰ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਜ਼ਰੀਏ ਸਮੇਂ-ਸਮੇਂ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਦਿੰਦੇ ਆਏ ਹਾਂ ਤੇ ਹਮੇਸ਼ਾ ਤੁਹਾਨੂੰ ਇਹੀ ਅਪੀਲ ਕਰਦੇ ਹੁੰਦੇ ਹਾਂ ਕਿ ਕਿਸੇ ਵੀ ਦੇਸ਼ ਵਿੱਚ ਜਾਓ, ਉੱਥੋਂ ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਤੇ ਭਰੋਸੇਮੰਦ ਕੰਸਲਟੈਂਟ ਤੋਂ ਹੀ ਆਪਣਾ ਮਾਮਲਾ ਲਗਵਾਓ, ਕਿਉਂਕਿ ਸਵਾਲ ਤੁਹਾਡੇ ਭਵਿੱਖ ਦਾ ਹੈ। ਇਸ ਦੇ ਬਾਵਜੂਦ ਲੋਕ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ ਤੇ ਦੋਸਤਾਂ ਦੀ ਚੱਕ ਵਿੱਚ ਆ ਕੇ ਅਜਿਹੇ ਏਜੰਟਸ ਦੇ ਹੱਥਾਂ ਵਿੱਚ ਆਪਣਾ ਕੇਸ ਫੜਾ ਦਿੰਦੇ ਨੇ, ਜੋ ਕਿ ਉਹਨਾਂ ਦਾ ਭਵਿੱਖ ਹੀ ਬਰਬਾਦ ਕਰ ਦਿੰਦਾ ਹੈ। ਆਸਟ੍ਰੇਲੀਆ ਵਿੱਚ ਰਹਿ ਰਹੇ ਵਿਕਰਮਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਨਵਨਿੰਦਰ ਕੌਰ ਨਾਲ ਵੀ ਕੁਝ ਅਜਿਹਾ ਹੀ ਹੋਇਆ। ਨਵਨਿੰਦਰ ਕੌਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਬੋਆ ਦੀ ਰਹਿਣ ਵਾਲੀ ਹੈ। ਆਪਣੇ ਬਿਹਤਰ ਭਵਿੱਖ ਦੀ ਭਾਲ ਵਿੱਚ ਵਿਦਿਆਰਥੀ ਵੀਜ਼ਾ ਕਮਰਸ਼ੀਅਲ ਕੁਕਰੀ ਦੀ ਪੜ੍ਹਾਈ ਕਰਨ ਵਾਸਤੇ ਉਹ 2 ਫਰਵਰੀ 2007 ਨੂੰ ਆਪਣਾ ਪਿੰਡ ਪੰਜਾਬ ਛੱਡ ਕੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਆਈ ਸੀ। ਇੱਥੇ ਪੜ੍ਹਾਈ ਕਰਦਿਆਂ ਉਸ ਦੀ ਮੁਲਾਕਾਤ ਵਿਕਰਮਜੀਤ ਸਿੰਘ ਨਾਲ ਹੋਈ, ਜੋ ਕਿ ਉਸ ਤੋਂ 1 ਸਾਲ ਪਹਿਲਾਂ ਸਾਲ 2006 ਤੋਂ ਹੀ ਇੱਥੇ ਕੋਰਸ ਕਰ ਰਿਹਾ ਸੀ ਅਤੇ ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਦੋਹਾਂ ਦਾ ਵਿਆਹ 22 ਜਨਵਰੀ 2008 ਸਿਡਨੀ ਵਿੱਚ ਹੋ ਗਿਆ ਅਤੇ ਦੋਹੇ ਜਣੇ ਮਾਰਚ 2017 ਤੱਕ ਸਿਡਨੀ ਵਿੱਚ ਹੀ ਰਹਿ ਰਹੇ ਸਨ। ਇਹਨਾਂ ਦੇ ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਦੋਹਾਂ ਪਤੀ ਪਤਨੀ ਨੇ ਅਲੱਗ-ਅਲੱਗ ਖਿੱਤਿਆਂ ਵਿੱਚ ਕੰਮ ਕਰਕੇ ਤੋਰਿਆ। ਇੱਥੇ ਸਾਰੇ ਹੀ ਵਿਦਿਆਰਥੀ ਆਪਣੇ ਵਿਦਿਆਰਥੀ ਜੀਵਨ ਨੂੰ ਕਾਇਮ ਰੱਖਣ ਲਈ ਇੱਕ ਸਟੱਡੀ ਤੋਂ ਬਾਅਦ ਦੂਸਰੀ ਤੇ ਦੂਸਰੀ ਤੋਂ ਬਾਅਦ ਤੀਸਰੀ ਸਟੱਡੀ ਨਾਲ ਲੈਂਦੇ ਨੇ, ਤਾਂ ਜੋ ਉਹਨਾਂ ਦਾ ਇਹ ਵੀਜ਼ਾ ਜਾਰੀ ਰਹੇ ਅਤੇ ਜਦ ਤੱਕ ਕੋਈ ਹੋਰ ਵਸੀਲਾ ਨਹੀਂ ਮਿਲਦਾ ਅਤੇ ਇੱਥੋਂ ਦੀ ਨਾਗਰਿਕਤਾ ਪ੍ਰਾਪਤ ਨਹੀਂ ਹੁੰਦੀ, ਉਹ ਕਿਤੇ ਆਊਟ ਆਫ ਸਟੇਟਸ ਤੋਂ ਨਾ ਹੋ ਜਾਣ, ਕਿਉਂਕਿ ਇੱਥੇ ਪੀਆਰ ਲੈਣ ਵਾਸਤੇ ਹਰ ਕੋਈ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤਦਾ ਹੈ। ਇਸੇ ਦੌਰਾਨ ਸਾਲ 2014 ਵਿੱਚ ਉਹਨਾਂ ਦੇ ਇੱਕ ਦੋਸਤ ਨੇ ਦੋਹਾਂ ਪਤੀ ਪਤਨੀ ਨੂੰ ਇੱਥੋਂ ਦੀ ਪੀਆਰ ਵਾਸਤੇ ਮਦਦ ਕਰਨ ਲਈ ਇੱਕ ਵਕੀਲ ਬਸਮ ਅਸਲਨ, ਜੋ ਕਿ ਲਿਬਨਾਨੀ ਆਸਟ੍ਰੇਲੀਆਈ ਨਾਗਰਿਕ ਨੂੰ ਮਿਲਾਇਆ। ਉਸ ਵਕੀਲ ਦਾ ਪੈਰਾਮਾਟਾ ਵਿਖੇ ਆਫਿਸ ਸੀ। ਸਾਲ 2014 ਵਿੱਚ ਇਸ ਵਕੀਲ ਨੇ 30,000 ਡਾਲਰ ਲਏ ਅਤੇ ਵਾਅਦਾ ਕੀਤਾ ਕਿ ਉਸ ਦੀ ਆਪਣੀ ਇੱਕ ਕੰਪਨੀ ਕੁਈਨਸਲੈਂਡ ਵਿਖੇ ਹੈ, ਜਿੱਥੇ ਕਿ ਉਸਨੇ ਨਵਨਿੰਦਰ ਨੂੰ ਜੌਬ ਦੀ ਆਫਰ ਤੇ ਨਾਲ ਹੀ ਉਸਦੇ ਪਤੀ ਵਿਕਰਮਜੀਤ ਨੂੰ ਵੀ ਕੰਮ ਦਾ ਭਰੋਸਾ ਦਿੱਤਾ। ਇਸ ਸਮੇਂ ਉਹਨਾਂ ਦੀ ਵੀਜ਼ਾ ਦੀ ਮਿਆਦ 30 ਅਗਸਤ 2014 ਤੱਕ ਦੀ ਹੀ ਸੀ, ਪਰ ਪੈਸੇ ਲੈਣ ਤੋਂ ਫੌਰਨ ਬਾਅਦ ਪਤੀ ਪਤਨੀ ਦਾ ਉਹ ਬੰਗਲਾਦੇਸ਼ੀ ਦੋਸਤ ਅਤੇ ਵਕੀਲ ਦੋਵੇਂ ਹੀ ਉੱਥੋਂ ਗਾਇਬ ਹੋ ਗਏ। ਪਤੀ ਪਤਨੀ ਦੋਵਾਂ ਨੂੰ ਲੱਭਦੇ ਰਹੇ, ਕਾਲਾਂ ਕਰਦੇ ਰਹੇ। ਉਹਨਾਂ ਨੇ ਕਾਲਾਂ ਅਟੈਂਡ ਕਰਨੀਆਂ ਵੀ ਬੰਦ ਕਰ ਦਿੱਤੀਆਂ। ਵਕੀਲ ਨੇ ਪਤੀ ਪਤਨੀ ਦਾ 457 ਵੀਜ਼ਾ ਅਪਲਾਈ ਕੀਤਾ ਸੀ, ਪਰ ਉਸ ਤੋਂ ਬਾਅਦ ਉਹਨਾਂ ਦੀ ਕੋਈ ਵੀ ਖਬਰ ਨਾ ਮਿਲੀ। 31 ਜਨਵਰੀ 2015 ਨੂੰ ਹੈਰਿਸ ਪਾਰਕ ਦੇ ਕੋਲ ਇੱਕ ਵਾਰ ਫਿਰ ਤੋਂ ਪਤੀ ਪਤਨੀ ਦਾ ਟਾਕਰਾ ਵਕੀਲ ਨਾਲ ਹੋ ਗਿਆ ਤੇ ਦੋਹਾਂ ਨੇ ਵਕੀਲ ਨੂੰ ਫੜ ਲਿਆ। ਥੋੜੀ ਜ਼ੋਰ ਜ਼ਬਰਦਸਤੀ ਅਤੇ ਪੁਲਿਸ ਦਾ ਡਰ ਦਿੱਤਾ ਤਾਂ ਵਕੀਲ ਨੇ ਦੱਸਿਆ ਕਿ ਉਹਨਾਂ ਦੀ ਅਰਜ਼ੀ ਤਾਂ ਰਿਫਿਊਜ਼ ਹੋ ਚੁੱਕੀ ਸੀ, ਪਰ ਉਸਨੇ ਉਹਨਾਂ ਨੂੰ ਮੁੜ ਤੋਂ ਤਰਵਾਸਾ ਦਿੱਤਾ ਅਤੇ ਬਹਿਲਾ ਫੁਸਲਾ ਕੇ ਦੁਬਾਰਾ ਤੋਂ ਆਪਣੇ ਪੁਰਾਣੇ ਆਫਿਸ ਪੈਰਾਮਾਟਾ ਵਿੱਚ ਲੈ ਗਿਆ। ਜਦ ਪਤੀ ਪਤਨੀ ਨੇ ਪੁੱਛਿਆ ਕਿ ਉਹਨਾਂ ਦੇ ਵੀਜ਼ੇ ਨੂੰ ਕਦੋਂ ਨਾਮਨਜ਼ੂਰ ਕੀਤਾ ਗਿਆ, ਕਿਉਂਕਿ ਉਹ ਜਾਣਦੇ ਸੀ ਕਿ ਵੀਜ਼ਾ ਰਿਫਿਊਜ਼ ਹੋਣ ਤੋਂ 28 ਦਿਨਾਂ ਤੱਕ ਮੁੜ ਤੋਂ ਅਪਲਾਈ ਕੀਤਾ ਜਾ ਸਕਦਾ ਹੈ, ਪਰ ਵਕੀਲ ਦੱਸ ਨਹੀਂ ਰਿਹਾ ਸੀ। ਵਕੀਲ ਭਰੋਸੇ ਦਿੰਦਾ ਰਿਹਾ ਤੇ ਦੋਨੋਂ ਪਤੀ ਪਤਨੀ ਮੁੜ ਤੋਂ ਉਸ ਦੇ ਭਰੋਸੇ ਵਿੱਚ ਆ ਗਏ। ਅਗਲੇ ਦਿਨ ਵਕੀਲ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਆਫਿਸ ਵਿੱਚ ਬੁਲਾਇਆ ਅਤੇ ਇੱਕ ਹੋਰ ਭਾਰਤੀ ਏਜੰਟ ਦੇ ਬਾਰੇ ਵਿੱਚ ਉਹਨਾਂ ਨੂੰ ਦੱਸਿਆ ਕਿ ਉਸਨੇ ਉਸ ਭਾਰਤੀ ਏਜੰਟ ਨਾਲ ਮਿਲ ਕੇ ਨਵੀਂ ਅਰਜ਼ੀ ਤਿਆਰ ਕਰਨ ਨੂੰ ਕਿਹਾ ਹੈ ਅਤੇ ਇਸ ਬਾਬਤ 4 ਫਰਵਰੀ 2015 ਨੂੰ ਦੁਬਾਰਾ ਬੁਲਾਇਆ ਹੈ। ਪਤੀ ਪਤਨੀ ਦੇ ਉੱਥੇ ਪਹੁੰਚਣ ਤੇ ਵਕੀਲ ਨੇ ਕਿਹਾ ਕਿ ਉਹਨਾਂ ਦਾ ਕੰਮ ਹੋ ਗਿਆ ਹੈ ਅਤੇ ਦੋਹਾਂ ਨੇ ਹੁਣ ਪੈਰਾਮਾਟਾ ਇਮੀਗ੍ਰੇਸ਼ਨ ਆਫਿਸ ਵਿਖੇ ਜਾਣਾ ਹੈ। ਇਸ ਵਾਰੀ ਵਕੀਲ ਵੱਲੋਂ ਦੋਹਾਂ ਪਤੀ ਪਤਨੀ ਲਈ ਪ੍ਰੋਟੈਕਸ਼ਨ ਵੀਜ਼ਾ ਲਈ ਅਰਜ਼ੀ ਪਾਈ ਗਈ ਸੀ। ਪਤੀ ਪਤਨੀ ਦੋਹਾਂ ਨੇ ਇਸ ਵਾਸਤੇ ਮਨਾ ਕੀਤਾ ਤਾਂ
ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਜਦੋਂ ਤੱਕ ਦੂਸਰਾ ਵੀਜ਼ਾ ਅਪਲਾਈ ਹੁੰਦਾ ਹੈ ਤਾਂ ਆਪਾਂ ਇਸ ਨਾਲ ਸਾਰ ਲਵਾਂਗੇ, ਕਿਉਂਕਿ ਵੀਜ਼ਾ ਅਪਲਾਈ ਕਰਨ ਤੇ ਅਗਾਊਂ ਸਮਾਂ ਮਿਲ ਜਾਂਦਾ ਹੈ। ਇਸ ਵੀਜ਼ੇ ਦੀ ਅਰਜ਼ੀ ਰਾਹੀਂ ਪਤੀ ਪਤਨੀ ਦੀ ਸਾਲ 1984 ਦਾ ਹਵਾਲਾ, ਜਦੋਂ ਭਾਰਤ ਦੀ ਰਾਜਧਾਨੀ ਅਤੇ ਹੋਰਨਾਂ ਇਲਾਕਿਆਂ ਅੰਦਰ ਸਿੱਖ ਨਸਲਕੁਸ਼ੀ ਚੱਲ ਰਹੀ ਸੀ, ਉਸ ਦੇ ਪ੍ਰੋਟੈਕਸ਼ਨ ਵੀਜ਼ਾ ਦੀ ਅਰਜ਼ੀ ਲਗਾਈ ਗਈ। ਵਕੀਲ ਆਪ ਦੋਹਾਂ ਪਤੀ ਪਤਨੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਪੈਰਾਮਾਟਾ ਇਮੀਗ੍ਰੇਸ਼ਨ ਆਫਿਸ ਲੈ ਕੇ ਗਿਆ ਅਤੇ ਉਹਨਾਂ ਦੀ ਫੀਸ ਜੋ ਕਿ $35 ਸੀ, ਉਹ ਵੀ ਉਸਨੇ ਖੁਦ ਹੀ ਭਰੇ। ਉਸੇ ਦਿਨ ਯਾਨੀ ਕਿ 4 ਫਰਵਰੀ 2015 ਨੂੰ ਨਵਨਿੰਦਰ ਕੌਰ ਅਤੇ ਉਸਦੇ ਪਤੀ ਵਿਕਰਮਜੀਤ ਸਿੰਘ ਨੂੰ ਬ੍ਰਿਜਿੰਗ ਵੀਜ਼ਾ ਮਿਲ ਗਿਆ। ਹੁਣ ਪਤੀ ਪਤਨੀ ਵਕੀਲ ਨਾਲ ਸਿੱਧੇ ਹੋ ਗਏ ਅਤੇ ਉਹਨਾਂ ਨੇ ਉਸ ਤੋਂ $30,000 ਵਾਪਸ ਮੰਗੇ। ਪਤੀ ਪਤਨੀ ਦਾ ਡਾਢਾ ਰੂਪ ਦੇਖ ਕੇ ਵਕੀਲ ਨੇ ਪਿੱਛਾ ਛੁਡਾਉਣ ਬਾਰੇ ਸੋਚਿਆ ਅਤੇ ਉਸਨੇ ਉਹਨਾਂ ਨੂੰ $1,000 ਦੇ ਦਿੱਤੇ ਅਤੇ ਬਾਕੀ ਦੇ ਪੈਸੇ ਵੀ ਵਾਪਸ ਦੇਣ ਦੀ ਗੱਲ ਆਖੀ, ਪਰ ਇਸ ਤੋਂ ਬਾਅਦ ਉਹ ਮੁੜ ਤੋਂ ਗਾਇਬ ਹੋ ਗਿਆ। ਪਤੀ ਪਤਨੀ ਨੇ ਦੁਬਾਰਾ ਤੋਂ ਵਕੀਲ ਲੱਭੇ। ਵਕੀਲਾਂ ਨੇ ਕਿਹਾ ਕਿ ਵਕੀਲ ਅਸਲਨ ਵੱਲੋਂ ਉਹਨਾਂ ਦਾ ਗਲਤ ਵੀਜ਼ਾ ਪਾਇਆ ਗਿਆ ਸੀ ਅਤੇ ਹੁਣ ਵਾਸਤੇ ਹੋਰ ਕੋਈ ਚਾਰਾ ਨਹੀਂ ਰਿਹਾ। ਉਹਨਾਂ ਨੂੰ ਇੱਕ ਵਾਰੀ ਤਾਂ ਭਾਰਤ ਵਾਪਸ ਜਾਣਾ ਹੀ ਪਏਗਾ। ਇਸੇ ਤਰ੍ਹਾਂ ਦੀ ਕਸ਼ਮਕਸ਼ ਵਿੱਚ 1 ਸਾਲ ਹੋਰ ਨਿਕਲ ਗਿਆ। ਉਹਨਾਂ ਵੱਲੋਂ ਪਾਏ ਗਏ ਪ੍ਰੋਟੈਕਸ਼ਨ ਵੀਜ਼ਾ ਲਈ ਮਾਰਚ 2016 ਵਿੱਚ ਇਮੀਗ੍ਰੇਸ਼ਨ ਆਫਿਸ ਵਿੱਚ ਉਹਨਾਂ ਦੀ ਮੁੜ ਤੋਂ ਇੰਟਰਵਿਊ ਹੋਈ। ਇੰਟਰਵਿਊ ਦੌਰਾਨ ਨਵਨਿੰਦਰ ਕੌਰ ਨੂੰ ਪਤਾ ਲੱਗਿਆ ਕਿ ਬਲਜਿੰਦਰ ਸੋਹਲ ਨਾਮ ਦੇ ਵਿਅਕਤੀ ਨੇ ਆਪਣੀ ਅਰਜ਼ੀ ਇਹ ਕਹਿ ਕੇ ਪਾਈ ਹੋਈ ਹੈ ਕਿ ਨਵਨਿੰਦਰ ਕੌਰ ਦੇ ਨਾਲ ਉਸ ਦਾ ਵਿਆਹ 26 ਮਈ 2009 ਨੂੰ ਹੋਇਆ ਹੈ ਅਤੇ ਉਹ ਉਦੋਂ ਤੋਂ ਹੀ ਇਕੱਠੇ ਰਹਿ ਰਹੇ ਨੇ। ਨਵਨਿੰਦਰ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੀ ਹੀ ਨਹੀਂ ਤੇ ਉਸ ਦੇ ਪਤੀ ਇਸ ਦੀ ਗਵਾਹੀ ਭਰਦੇ ਨੇ, ਕਿਉਂਕਿ ਇੰਨੇ ਸਾਲਾਂ ਤੋਂ ਪਤੀ ਪਤਨੀ ਦੋਵੇਂ ਇਕੱਠੇ ਹੀ ਰਹਿ ਰਹੇ ਨੇ। ਪਰੰਤੂ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੀ ਕੋਈ ਵੀ ਦਲੀਲ ਨਹੀਂ ਮੰਨੀ ਅਤੇ ਉਹਨਾਂ ਨੂੰ ਇੰਟਰਵਿਊ ਵਿੱਚ ਫੇਲ ਕਰ ਦਿੱਤਾ ਅਤੇ 1 ਮਹੀਨੇ ਦਾ ਸਮਾਂ ਦਿੱਤਾ ਕਿ ਜਾਂ ਤਾਂ ਉਹ ਅਪੀਲ ਕਰ ਲੈਣ ਜਾਂ ਫਿਰ ਦੇਸ਼ ਛੱਡ ਕੇ ਚਲੇ ਜਾਣ। ਉਹਨਾਂ ਦੋਹਾਂ ਪਤੀ ਪਤਨੀ ਨੇ ਮੁੜ ਤੋਂ ਕਿਸੇ ਹੋਰ ਵਕੀਲ ਦੀ ਸਲਾਹ ਨਾਲ 187 ਰੀਜਨਲ ਸਪਾਂਸਰਸ਼ਿਪ ਵੀਜ਼ਾ ਕੁਕਰੀ ਦੇ ਆਧਾਰ ਤੇ ਦਾਇਰ ਕਰ ਦਿੱਤਾ ਅਤੇ ਅਪ੍ਰੈਲ 2016 ਵਿੱਚ ਟ੍ਰਿਬਿਊਨਲ ਵਿੱਚ ਫਾਈਲ ਦੁਬਾਰਾ ਲਗਾ ਦਿੱਤੀ। ਇਸ ਅਰਜ਼ੀ ਦੇ ਤਹਿਤ ਹੁਣ ਉਹਨਾਂ ਨੂੰ ਸਪਾਂਸਰ ਲੱਭਣਾ ਪੈਣਾ ਸੀ ਅਤੇ ਉਹਨਾਂ ਨੇ 2017 ਫਰਵਰੀ ਤੱਕ ਸਪਾਂਸਰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਵਕੀਲ ਨੂੰ ਉਹਨਾਂ ਨੇ $12,000 ਫੀਸ ਵਜੋਂ ਦਿੱਤੇ ਸੀ, ਕਿਉਂਕਿ ਦੋਹਾਂ ਕੋਲ ਕੁਕਰੀ ਫੀਲਡ ਦੇ ਸਰਟੀਫਿਕੇਟ ਅਤੇ ਤਜਰਬੇ ਸੀ। ਇਸ ਵਾਸਤੇ ਉਹ ਕੁਈਨਜ਼ਲੈਂਡ ਅਤੇ ਵਿਕਟੋਰੀਆ ਦੋਹਾਂ ਰਾਜਾਂ ਦੇ ਰੈਸਟੋਰੈਂਟਸ ਵਿੱਚ ਹੀ ਕੋਸ਼ਿਸ਼ ਕਰਦੇ ਰਹੇ, ਪਰ ਜਿਸ ਕਿਸੇ ਨਾਲ ਵੀ ਉਹਨਾਂ ਨੇ ਸਪਾਂਸਰਸ਼ਿਪ ਦੀ ਗੱਲ ਕੀਤੀ ਤਾਂ ਹਰ ਇੱਕ ਨੇ ਸਪਾਂਸਰਸ਼ਿਪ ਦੇ ਵਾਸਤੇ $35,000 ਤੱਕ ਮੰਗੇ। ਮੈਲਬਰਨ ਤੋਂ ਬ੍ਰਿਸਬਨ ਵਿੱਚ ਨਵਨਿੰਦਰ ਨੇ ਕਈ ਰੈਸਟੋਰੈਂਟਸ ਦੇ ਵਿੱਚ ਬਿਨਾਂ ਤਨਖਾਹ ਤੋਂ 3-3 ਮਹੀਨੇ ਲਗਾਤਾਰ ਕੰਮ ਕੀਤਾ ਤਾਂ ਕਿ ਇਸ ਦੀ ਇਵਜ ਵਿੱਚ ਉਹਨਾਂ ਨੂੰ ਸਪਾਂਸਰਸ਼ਿਪ ਮਿਲ ਜਾਵੇ, ਪਰ ਹਰ ਇੱਕ ਨੇ ਕੰਮ ਕਰਵਾ ਕੇ ਆਪਣਾ ਮੂੰਹ ਦੂਸਰੇ ਪਾਸੇ ਮੋੜ ਲਿਆ। ਹੁਣ ਇਸ ਤੋਂ ਬਾਅਦ ਉਹ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਆ ਗਏ। ਇੱਥੇ ਰਹਿੰਦਿਆਂ ਦੋਹਾਂ ਨੇ ਸਲਾਹ ਕੀਤੀ ਕਿ ਜਦੋਂ ਦੋਨੋਂ ਜਣੇ ਹੀ ਕੁਕਰੀ ਦੇ ਪ੍ਰੋਫੈਸ਼ਨਲ ਹਨ ਤਾਂ ਬਜਾਏ ਨੌਕਰੀਆਂ ਲੱਭਣ ਦੇ ਉਹ ਆਪਣਾ ਹੀ ਕੋਈ ਰੈਸਟੋਰੈਂਟ ਖੋਲ੍ਹ ਸਕਦੇ ਨੇ। ਉਹਨਾਂ ਦੀ ਇਸ ਸੋਚ ਨੇ ਦੋਹਾਂ ਨੂੰ ਨਵੀਂ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਮਾਰਚ 2017 ਵਿੱਚ ਗੁਲਵਾ ਵਿਖੇ, ਜੋ ਕਿ ਐਡੀਲੇਡ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ, ਇੱਥੇ ਆਪਣਾ ਰੈਸਟੋਰੈਂਟ ਖੋਲ੍ਹਿਆ, ਜੋ ਕਿ ਦੋਹਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਉਹਨਾਂ ਨੂੰ ਉੱਥੋਂ ਦੇ ਭਾਈਚਾਰੇ ਵੱਲੋਂ ਵਧੀਆ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਅਤੇ ਥੋੜੇ ਸਮੇਂ ਵਿੱਚ ਹੀ ਉੱਥੋਂ ਦੇ ਲੋਕਾਂ ਵਿੱਚ ਇਹ ਰੈਸਟੋਰੈਂਟ ਕਾਫੀ ਮਕਬੂਲ ਵੀ ਹੋ ਗਿਆ। ਉਧਰ ਪ੍ਰੋਟੈਕਸ਼ਨ ਵੀਜ਼ਾ ਵਾਲੀ ਫਾਈਲ ਅਜੇ ਵੀ ਲੱਗੀ ਹੋਈ ਸੀ ਅਤੇ ਜੁਲਾਈ 2017 ਨੂੰ ਟ੍ਰਿਬਿਊਨਲ ਨੇ ਦੋਹਾਂ ਨੂੰ ਮੁੜ ਤੋਂ ਬੁਲਾ ਲਿਆ, ਪਰ ਇਸ ਵਾਰ ਵੀ ਦੋਹਾਂ ਦਾ ਵੀਜ਼ਾ ਮੁੜ ਤੋਂ ਰਿਜੈਕਟ ਕਰ ਦਿੱਤਾ ਗਿਆ। ਮੁੜ ਤੋਂ ਵਕੀਲ ਦੀ ਸਲਾਹ ਨਾਲ ਫੈਡਰਲ ਕੋਰਟ ਚਲੇ ਗਏ। ਸਹਾਰਾ ਇਸ ਗੱਲ ਦਾ ਲਿਆ ਗਿਆ ਕਿ ਉਹਨਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਜਿਹੜਾ ਰੈਸਟੋਰੈਂਟ ਖੋਲ੍ਹਿਆ ਹੈ ਅਤੇ ਰੈਸਟੋਰੈਂਟ ਚੱਲ ਵੀ ਵਧੀਆ ਰਿਹਾ ਹੈ, ਉਸ ਦਾ ਕੀ ਬਣੇਗਾ ਅਤੇ ਦੋਨੋਂ ਇੰਨੀ ਮਿਹਨਤ ਕਰਨ ਤੋਂ ਬਾਅਦ ਹੁਣ ਕੀ ਕਰਨਗੇ। ਜੁਲਾਈ 2017 ਵਿੱਚ ਹੀ ਫੈਡਰਲ ਕੋਰਟ ਵਿੱਚ ਮੁੜ ਤੋਂ ਅਰਜ਼ੀ ਪਾ ਦਿੱਤੀ ਗਈ। ਬ੍ਰਿਜਿੰਗ ਵੀਜ਼ਾ ਮਿਲ ਗਿਆ। ਵਕੀਲ ਨਾਲ ਦੁਬਾਰਾ ਗੱਲ ਕੀਤੀ ਗਈ ਅਤੇ ਵਕੀਲ ਦੀ ਸਲਾਹ ਨਾਲ ਉਕਤ ਰੈਸਟੋਰੈਂਟ ਵਿੱਚ ਹੀ ਵਿਕਰਮਜੀਤ ਸਿੰਘ ਡਾਇਰੈਕਟਰ ਬਣ ਗਿਆ ਤੇ ਪਤਨੀ ਕੁੱਕ। ਸਾਰੇ ਪੇਪਰ ਵਗੈਰਾ ਪੂਰੇ ਕੀਤੇ ਗਏ ਤੇ ਸਟੇਟ ਵੈਲੀਡੇਸ਼ਨ ਵੀ ਜਨਵਰੀ 2018 ਨੂੰ ਮਿਲ ਗਈ। ਇਸ ਵਕੀਲ ਦੀ ਸਲਾਹ ਨਾਲ ਤਿਆਰ ਕੀਤੇ ਗਏ ਡਾਕੂਮੈਂਟਸ, ਜਿਸ ਵਿੱਚ ਕਿ ਨਵਨਿੰਦਰ ਨੂੰ ਕੁੱਕ ਅਤੇ ਵਿਕਰਮਜੀਤ ਨੂੰ ਡਾਇਰੈਕਟਰ ਦੱਸਿਆ ਗਿਆ ਸੀ ਅਤੇ ਇਹਨਾਂ ਪਤੀ ਪਤਨੀ ਤੋਂ ਇੱਕ ਤਕਰੀਰ ਦਾਖਲ ਕਰਨ ਨੂੰ ਕਿਹਾ ਗਿਆ ਸੀ, ਜਿਸ ਵਿੱਚ ਦਰਸਾਉਣ ਲਈ ਕਿਹਾ ਸੀ ਕਿ ਜਿੱਥੇ ਨਵਨਿੰਦਰ ਅਤੇ ਵਿਕਰਮ ਨੇ ਰੈਸਟੋਰੈਂਟ ਖੋਲ੍ਹਿਆ ਹੋਇਆ ਹੈ ਉੱਥੇ 100 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਇੰਡੀਅਨ ਫੂਡ ਨਾਲ ਸੰਬੰਧਿਤ ਕੁੱਕ ਨਹੀਂ ਹੈ ਅਤੇ ਇਹ ਕੰਮ ਨਵਨਿੰਦਰ ਕੌਰ ਹੀ ਕਰਦੀ ਹੈ, ਕਿਉਂਕਿ ਉਹ ਇੱਕ ਕੁਆਲੀਫਾਈਡ ਅਤੇ ਤਜਰਬੇਕਾਰ ਕੁੱਕ ਹੈ। ਪਰੰਤੂ ਵਕੀਲ ਨੇ ਉਹਨਾਂ ਦੀ ਇਹ ਤਕਰੀਰ ਉਹਨਾਂ ਦੀ ਫਾਈਲ ਵਿੱਚ ਹੀ ਨਹੀਂ ਲਗਾਈ ਅਤੇ ਇਸੇ ਕਾਰਨ 2019 ਵਿੱਚ ਉਹਨਾਂ ਦੀ ਫਾਈਲ ਮੁੜ ਤੋਂ ਰਿਜੈਕਟ ਕਰ ਦਿੱਤੀ ਗਈ। ਇਸ ਬਾਬਤ ਜਦੋਂ ਇਸ ਵਕੀਲ ਨੂੰ ਪੁੱਛਿਆ ਗਿਆ ਤਾਂ ਉਸਨੇ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸਨੇ ਵੀ ਨਵਨਿੰਦਰ ਤੇ ਵਿਕਰਮ ਨਾਲ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਹ ਪਤੀ ਪਤਨੀ ਉਸਦੇ ਆਫਿਸ ਵਿੱਚ ਫੋਨ ਕਰਦੇ ਤਾਂ ਇਸ ਵਕੀਲ ਦੀ ਸੈਕਟਰੀ ਇਹਨਾਂ ਨੂੰ ਇਹ ਕਹਿ ਦਿੰਦੀ ਕਿ ਇਹਨਾਂ ਦਾ ਕੇਸ ਖਤਮ ਹੋ ਚੁੱਕਿਆ ਹੈ ਅਤੇ ਇਸ ਵਾਸਤੇ ਹੁਣ ਵਕੀਲ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਏਗੀ। ਇਸ ਦੌਰਾਨ 2019 ਵਿੱਚ ਹੀ ਫੈਡਰਲ ਕੋਰਟ ਵੱਲੋਂ ਸੁਣਵਾਈ ਦੀ ਮੁੜ ਤੋਂ ਤਾਰੀਖ ਪੈ ਗਈ, ਪਰੰਤੂ ਦੋਹਾਂ ਪਤੀ ਪਤਨੀ ਦਾ ਕੇਸ ਕੋਈ ਵੀ ਵਕੀਲ ਲੈਣ ਨੂੰ ਤਿਆਰ ਨਹੀਂ ਸੀ।
ਤੇ ਵਕੀਲ ਨਾ ਹੋਣ ਕਰਕੇ ਸਤੰਬਰ 2019 ਤੱਕ ਦਾ ਸਮਾਂ ਮਿਲ ਗਿਆ। ਦੋਵੇਂ ਪਤੀ ਪਤਨੀ ਬਹੁਤ ਸਾਰੇ ਵਕੀਲਾਂ ਨੂੰ ਮਿਲੇ ਤੇ ਹਰ ਵਕੀਲ ਨੂੰ $400 ਵੀ ਦਿੱਤੇ, ਜੋ ਕਿ ਸਿਰਫ ਉਹਨਾਂ ਨਾਲ ਗੱਲਬਾਤ ਕਰਨ ਦੀ ਫੀਸ ਹੁੰਦੀ ਹੈ, ਪਰ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਹੀਂ ਫੜੀ। ਇੱਕ ਮਹਿਲਾ ਵਕੀਲ ਨੇ ਉਹਨਾਂ ਨੂੰ ਤਰਵਾਸਾ ਦਿੱਤਾ ਅਤੇ ਉਹਨਾਂ ਦਾ ਕੇਸ ਲੜਨ ਨੂੰ ਤਿਆਰ ਹੋ ਗਈ, ਪਰ ਬਦਕਿਸਮਤੀ ਨਾਲ ਉਹ ਵੀ ਬਿਮਾਰ ਹੋ ਗਈ ਅਤੇ ਉਹ ਵੀ ਇਸ ਮਾਮਲੇ ਵਿੱਚ ਪੇਸ਼ ਨਹੀਂ ਹੋ ਸਕੀ। ਦੋਹਾਂ ਨੇ ਹੁਣ ਆਨਲਾਈਨ ਰਾਸਤੇ ਲੱਭਣੇ ਸ਼ੁਰੂ ਕੀਤੇ। ਦੋਹਾਂ ਨੂੰ ਹੀ ਸਥਾਨਕ ਭਾਈਚਾਰੇ ਦੀ ਬਹੁਤ ਸਪੋਰਟ ਮਿਲ ਰਹੀ ਹੈ। ਸਾਰੇ ਹੀ ਮਦਦ ਕਰਨ ਨੂੰ ਤਿਆਰ ਰਹਿੰਦੇ ਨੇ। ਵਕੀਲ ਨਾ ਹੋਣ ਦੀ ਸੂਰਤ ਵਿੱਚ ਦੋਹਾਂ ਨੇ ਫੈਡਰਲ ਕੋਰਟ ਤੋਂ ਆਪਣਾ ਕੇਸ ਵਿਡਰਾ ਕਰ ਲਿਆ ਅਤੇ ਇਸ ਵਾਸਤੇ $5000 ਫੀਸ ਵੀ ਦਿੱਤੀ। ਆਖਰੀ ਰਾਸਤਾ ਹੁਣ ਇਮੀਗ੍ਰੇਸ਼ਨ ਮੰਤਰੀ ਦਾ ਦਿਖਾਈ ਦਿੰਦਾ ਸੀ। ਇਸ ਵਾਸਤੇ ਦੋਹਾਂ ਨੇ ਮਿਨਿਸਟਰ ਇੰਟਰਵੈਂਸ਼ਨ ਵਾਸਤੇ ਇਮੀਗ੍ਰੇਸ਼ਨ ਮੰਤਰੀ ਨੂੰ ਨਵੰਬਰ 2019 ਵਿੱਚ ਅਰਜ਼ੀ ਪਾ ਦਿੱਤੀ। ਗੁਲਬਾ ਤੋਂ ਮੇਅਰ ਕੀਥ ਪਾਰਕ ਤੋਂ ਮਦਦ ਮਿਲੀ। ਉਸਨੇ ਬਕਾਇਦਾ ਦੋਹਾਂ ਪਤੀ ਪਤਨੀ ਦੀ ਤਰਫਦਾਰੀ ਕਰਦਿਆਂ ਚਿੱਠੀ ਵੀ ਦਿੱਤੀ। ਫੈਡਰਲ ਮੈਂਬਰ ਰਿਬੈਕਾ ਸ਼ਾਰਕੀ ਨੇ ਪੂਰੀ ਮਦਦ ਕੀਤੀ ਅਤੇ ਕਰ ਵੀ ਰਹੇ ਨੇ। ਉਹਨਾਂ ਨੇ ਐਲੈਕਸ ਹਾਕ ਨੂੰ, ਉਸ ਵੇਲੇ ਦੇ ਜੋ ਕਿ ਇਮੀਗ੍ਰੇਸ਼ਨ ਮੰਤਰੀ ਨੇ, ਉਹਨਾਂ ਨੂੰ ਚਿੱਠੀ ਵੀ ਲਿਖੀ। ਸਥਾਨਕ ਮਿਊਨਿਸਪਲ ਕੌਂਸਲ ਦੀਆਂ 10 ਸਪੋਰਟਸ ਲੈਟਰ ਵੀ ਮਿਲੀਆਂ ਨੇ। 2019 ਤੋਂ ਬਾਅਦ 3 ਮਹੀਨੇ ਦਾ ਹੀ ਵੀਜ਼ਾ ਮਿਲਦਾ ਸੀ ਅਤੇ ਵਾਰੀ-ਵਾਰੀ ਇੰਟਰਵਿਊ ਤੇ ਜਾਣਾ ਪੈਂਦਾ ਸੀ ਤੇ ਅਗਲਾ ਵੀਜ਼ਾ ਮਿਲ ਜਾਂਦਾ ਸੀ। ਸਾਲ 2021 ਵਿੱਚ ਮੰਤਰੀ ਆਫਿਸ ਤੋਂ ਜਵਾਬ ਆਇਆ ਕਿ ਮੰਤਰੀ ਨੇ ਉਹਨਾਂ ਦੀ ਅਰਜ਼ੀ ਨੂੰ ਰਿਜੈਕਟ ਕਰ ਦਿੱਤਾ ਹੈ। ਇਸ ਤੋਂ ਬਾਅਦ ਮਾਈਗ੍ਰੇਸ਼ਨ ਸੋਲਿਊਸ਼ਨਸ ਕੰਪਨੀ ਨੇ ਇਸ ਮਾਮਲੇ ਵਿੱਚ ਮਦਦ ਕੀਤੀ ਅਤੇ ਮੰਤਰੀ ਕੋਲ ਦੁਬਾਰਾ ਅਰਜ਼ੀ ਲਗਾਉਣ ਲਈ ਕਿਹਾ। ਮਾਈਗ੍ਰੇਸ਼ਨ ਸੋਲਿਊਸ਼ਨਸ ਨੇ ਸਾਰੇ ਕੇਸ ਨੂੰ ਮੁੜ ਤੋਂ ਵਾਚਿਆ। 2007 ਤੋਂ ਹੁਣ ਤੱਕ ਸਾਰੀ ਪੜਤਾਲ ਕਰਨ ਤੇ ਨਤੀਜਾ ਇਹੀ ਨਿਕਲਿਆ ਕਿ ਵਕੀਲ ਬਸਮ ਅਸਲਨ, ਜੋ ਕਿ ਲਿਬਨਾਨੀ ਆਸਟ੍ਰੇਲੀਆਈ ਨਾਗਰਿਕ ਸੀ, ਉਸ ਦਾ ਹੀ ਕਸੂਰ ਨਿਕਲਿਆ, ਜਿਸ ਨੇ ਕਿ ਉਹਨਾਂ ਦਾ ਅਸਲ ਪੱਖ ਪੇਸ਼ ਹੀ ਨਹੀਂ ਕੀਤਾ ਸੀ ਅਤੇ ਉਹਨਾਂ ਦੇ ਪੈਸੇ ਵੀ ਖਾ ਗਿਆ ਸੀ। ਗੱਲ ਇਹ ਵੀ ਨਿਕਲੀ ਕਿ ਫੈਡਰਲ ਕੋਰਟ ਵੱਲੋਂ ਉਕਤ ਵਕੀਲ ਨੂੰ ਕਈ ਜਣਿਆਂ ਦੇ ਨਾਲ ਧੋਖਾਧੜੀ ਦੇ ਮਾਮਲਿਆਂ ਕਾਰਨ ਸਾਲ 2019 ਵਿੱਚ ਪੁਲਿਸ ਵੱਲੋਂ ਫੜਿਆ ਗਿਆ ਸੀ ਅਤੇ ਦੋਸ਼ੀ ਵੀ ਪਾਇਆ ਗਿਆ ਸੀ। ਮੁਕੱਦਮਾ ਚੱਲਣ ਤੋਂ ਬਾਅਦ ਇਸ ਵਕੀਲ ਨੂੰ ਪੂਰਨ ਤੌਰ ਤੇ ਡਿਸਕੁਆਲੀਫਾਈ ਵੀ ਕਰ ਦਿੱਤਾ ਗਿਆ ਸੀ। ਇਸ ਦੌਰਾਨ ਮਾਈਗ੍ਰੇਸ਼ਨ ਸੋਲਿਊਸ਼ਨਸ ਵੱਲੋਂ ਪਾਈ ਗਈ ਅਰਜ਼ੀ ਦਾ ਦਸੰਬਰ 2021 ਵਿੱਚ ਮੁੜ ਤੋਂ ਰਿਫਿਊਜ਼ਲ ਆ ਗਿਆ। ਇਸ ਤੋਂ ਪਹਿਲਾਂ ਉਹਨਾਂ ਦਾ ਚੱਲ ਰਿਹਾ ਰੈਸਟੋਰੈਂਟ ਵੀ 30 ਜੂਨ 2021 ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੋਂ ਦੇ ਮਾਲਕਾਂ ਨੇ ਉਸ ਜਗ੍ਹਾ ਨੂੰ ਕਿਸੇ ਕਾਰਨ ਵੇਚਣ ਲਈ ਲਾ ਦਿੱਤਾ ਸੀ। ਵੀਜ਼ੇ ਦੀ ਮਿਆਦ ਘੱਟ ਸੀ, ਇਸ ਵਾਸਤੇ ਹੋਰ ਰੈਸਟੋਰੈਂਟ ਨਹੀਂ ਮਿਲ ਰਿਹਾ ਸੀ ਅਤੇ ਹਰ ਕੋਈ ਉਹਨਾਂ ਨੂੰ ਘੱਟੋ-ਘੱਟ 2 ਜਾਂ ਫਿਰ 3 ਸਾਲਾਂ ਦੀ ਲੀਜ਼ ਕਰਨ ਨੂੰ ਕਹਿ ਰਿਹਾ ਸੀ। ਰੈਸਟੋਰੈਂਟ ਬੰਦ ਹੋਣ ਤੋਂ ਬਾਅਦ ਅਗਸਤ 2021 ਤੋਂ ਨਵਨਿੰਦਰ ਕੌਰ ਆਸਟ੍ਰੇਲੀਆ ਹੈਲਥ ਇਨਕਾਊਂਟਰ ਬੇਕ ਵਿਖੇ ਕੰਮ ਕਰ ਰਹੀ ਹੈ ਅਤੇ ਉਹਨਾਂ ਦੇ ਪਤੀ ਵਿਕਰਮ ਟਰੱਕ ਡਰਾਈਵਰ ਨੇ। ਮਾਈਗ੍ਰੇਸ਼ਨ ਸੋਲਿਊਸ਼ਨਸ ਨੇ ਤੀਸਰੀ ਵਾਰੀ ਵੀ ਮੰਤਰੀ ਕੋਲ ਅਰਜ਼ੀ ਪਾਈ। ਇਸ ਦਾ ਨਤੀਜਾ ਵੀ 4 ਜੁਲਾਈ 2022 ਨੂੰ ਰਿਫਿਊਜ਼ਲ ਵਿੱਚ ਹੀ ਆਇਆ ਹੈ। ਹੁਣ ਅਖੀਰ ਵਿੱਚ ਨਵਨਿੰਦਰ ਕੌਰ ਅਤੇ ਉਸਦੇ ਪਤੀ ਵਿਕਰਮਜੀਤ ਸਿੰਘ ਨੂੰ ਇਮੀਗ੍ਰੇਸ਼ਨ ਵੱਲੋਂ 30 ਸਤੰਬਰ 2022 ਤੱਕ ਵਾਪਸ ਜਾਣ ਨੂੰ ਕਿਹਾ ਗਿਆ ਹੈ। ਹੁਣ ਨਵਨਿੰਦਰ ਦੀ ਉਮੀਦ ਸੋਸ਼ਲ ਮੀਡੀਆ ਹੀ ਹੈ। ਉਹਨਾਂ ਅਤੇ ਉਹਨਾਂ ਦੇ ਦੋਸਤਾਂ, ਮਿੱਤਰਾਂ ਤੇ ਮਦਦਗਾਰਾਂ ਦੇ ਵੱਲੋਂ ਇੱਕ ਦਸਤਖਤ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਹੁਣ ਤੱਕ 33,000 ਤੋਂ ਉੱਪਰ ਦਸਤਖਤ ਹੋ ਚੁੱਕੇ ਨੇ ਤੇ ਉਹਨਾਂ ਦੀ ਮਦਦ ਵਾਸਤੇ 2400 ਤੋਂ ਵੀ ਜ਼ਿਆਦਾ ਈਮੇਲ ਭੇਜੀਆਂ ਜਾ ਚੁੱਕੀਆਂ ਨੇ। ਸਮਾਜ ਸੇਵਾ ਦੇ ਨਾਮ ਤੇ ਪਤੀ ਪਤਨੀ ਪੂਰਾ ਕੰਮ ਕਰ ਰਹੇ ਨੇ। ਜੰਗਲਾਂ ਦੀ ਅੱਗ ਲੱਗਣ ਸਮੇਂ ਕੰਗਾਰੂਆਂ ਵਾਸਤੇ ਮਦਦ ਕੀਤੀ ਗਈ। ਰੋਟਰੀ ਕਲੱਬ ਦੇ ਮੈਂਬਰ ਵੀ ਹਨ ਅਤੇ ਸਮਾਜ ਸੇਵਾ ਵਿੱਚ ਹਿੱਸਾ ਵੀ ਲੈਂਦੇ ਹਨ। ਕੋਵਿਡ-19 ਦੌਰਾਨ ਰੈਸਟੋਰੈਂਟ ਵਿੱਚ ਮੁਫਤ ਖਾਣਾ ਵੀ ਵੰਡਿਆ ਗਿਆ। ਦੋਹਾਂ ਨੇ ਡਿਸੇਬਲ ਬੱਚਿਆਂ ਨੂੰ ਵੀ ਰੈਸਟੋਰੈਂਟ ਵਿੱਚ ਕੰਮ ਦਿੱਤੇ ਸਨ, ਜਿਨ੍ਹਾਂ ਨੂੰ ਕੋਈ ਹੋਰ ਕੰਮ ਤੇ ਨਹੀਂ ਰੱਖ ਰਿਹਾ ਸੀ। ਇੱਕ ਹੋਰ ਅਦਾਰਾ ਦੇ 2 ਬੱਚਿਆਂ ਨੂੰ ਮਹੀਨੇਵਾਰ ਮਾਲੀ ਮਦਦ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਅਤੇ 3 ਕੁ ਸਾਲਾਂ ਵਿੱਚ ਇਹ ਮਦਦ $3000 ਦੇ ਕਰੀਬ ਬਣਦੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ 16 ਸਾਲ ਆਸਟ੍ਰੇਲੀਆ ਵਿੱਚ ਰਹਿਣ ਤੋਂ ਬਾਅਦ ਹੁਣ ਆਸਟ੍ਰੇਲੀਆ ਛੱਡਣ ਲਈ ਮਾਨਸਿਕ ਤੌਰ ਤੇ ਕਿਵੇਂ ਤਿਆਰ ਹੋਣਗੇ, ਤਾਂ ਦੋਵਾਂ ਨੇ ਉਦਾਸੀ ਵਿੱਚ ਹੀ ਜਵਾਬ ਦਿੱਤਾ। ਦੋਵਾਂ ਨੇ ਆਪਣੇ ਘਰ ਅੰਦਰ ਪਾਲ ਰਹੇ ਪਾਲਤੂ ਜਾਨਵਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਦੋਵੇਂ ਜੀ ਇਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਹਾਂ ਕਿਉਂਕਿ ਰੱਬ ਨੇ ਸਾਨੂੰ ਔਲਾਦ ਤੋਂ ਮਹਿਰੂਮ ਰੱਖਿਆ ਹੈ। ਸਾਨੂੰ ਹੁਣ ਆਪਣਿਆਂ ਤੋਂ ਜ਼ਿਆਦਾ ਇਹਨਾਂ ਦੀ ਚਿੰਤਾ ਸਤਾ ਰਹੀ ਹੈ ਕਿ ਇਹਨਾਂ ਦਾ ਕੀ ਬਣੂ। ਦੱਸਦੀ ਕਿ ਨਵਨਿੰਦਰ ਕੌਰ ਨੂੰ ਕੁਝ ਮੈਡੀਕਲ ਪ੍ਰੋਬਲਮਸ ਹੋਈਆਂ ਸਨ, ਜਿਸ ਕਰਕੇ ਇਹ ਦੰਪਤੀ ਸੰਤਾਨ ਤੋਂ ਵਾਂਝਾ ਰਹਿ ਗਿਆ, ਪਰ ਇਹਨਾਂ ਨੇ ਇਹਨਾਂ ਜਾਨਵਰਾਂ ਨੂੰ ਆਪਣੀ ਔਲਾਦ ਦੀ ਤਰ੍ਹਾਂ ਪਾਲਿਆ। ਨਵਨਿੰਦਰ ਨੇ ਦੱਸਿਆ ਕਿ ਸਾਲ 2017 ਵਿੱਚ ਉਸਦੇ ਪਿਤਾ ਗੁਜ਼ਰ ਚੁੱਕੇ ਨੇ। ਭਾਰਤ ਵਿੱਚ ਉਹਨਾਂ ਦੀ ਜੋ ਜ਼ਮੀਨ ਜਾਇਦਾਦ ਸੀ, ਉਹ ਆਪਣੇ ਭੈਣ ਭਰਾਵਾਂ ਵਿੱਚ ਉਹ ਵੰਡ ਚੁੱਕੇ ਨੇ। ਇਸ ਸਮੇਂ ਪੰਜਾਬ ਭਾਰਤ ਵਿੱਚ ਉਹਨਾਂ ਦਾ ਕੁਝ ਵੀ ਨਹੀਂ ਹੈ। ਦੁਬਾਰਾ ਜ਼ੀਰੋ ਤੋਂ ਸ਼ੁਰੂ ਕਰਨਾ ਅਸੰਭਵ ਲੱਗ ਰਿਹਾ ਹੈ। ਵਿਕਰਮਜੀਤ ਸਿੰਘ ਨੇ ਵੀ ਅਜਿਹਾ ਹੀ ਕਿਹਾ ਕਿ ਪੰਜਾਬ ਭਾਰਤ ਵਿੱਚ ਹੁਣ ਉਹਨਾਂ ਦਾ ਕੁਝ ਵੀ ਨਹੀਂ ਹੈ ਕਿਉਂਕਿ ਉਹ ਸਭ ਕੁਝ ਖਤਮ ਕਰਕੇ ਹੀ ਆਸਟ੍ਰੇਲੀਆ ਵਿੱਚ ਆਏ ਨੇ ਅਤੇ ਵਧੀਆ ਭਵਿੱਖ ਦੀ ਤਲਾਸ਼ ਕਰਦੇ ਰਹੇ ਨੇ, ਪਰ ਕੁਝ ਗਲਤ ਲੋਕਾਂ ਦੀ ਧੋਖੇਬਾਜ਼ੀ ਵਿੱਚ ਉਹ ਫਸ ਕੇ ਰਹਿ ਗਏ। ਦੋਹਾਂ ਨੇ ਕਿਹਾ ਕਿ ਉਹਨਾਂ ਨੇ ਆਸਟ੍ਰੇਲੀਆ ਵਿੱਚ ਰਹਿੰਦਿਆਂ ਸਰਕਾਰ ਨੂੰ ਪੂਰਾ ਟੈਕਸ ਦਿੱਤਾ ਹੈ ਅਤੇ ਕਦੀ ਵੀ ਕਿਸੇ ਗਲਤ ਜਾਂ ਫਿਰ ਸਰਕਾਰ ਜਾਂ ਸਮਾਜ ਵਿਰੋਧੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ। ਉਹ ਹਮੇਸ਼ਾ ਇੱਕ ਚੰਗੇ ਸਮਾਜਿਕ ਪ੍ਰਾਣੀ ਦੇ ਤੌਰ ਤੇ ਹੀ ਰਹਿ ਰਹੇ ਨੇ। ਹੁਣ ਉਹਨਾਂ ਦੀ ਸਾਰੀ ਉਮੀਦ ਫੈਡਰਲ ਮੈਂਬਰ ਰਿਬੈਕਾ ਸ਼ਾਰਕੀ ਦੀ ਮਦਦ ਸਦਕਾ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਲਸ ਦੇ ਉੱਪਰ ਹੀ ਟਿਕੀ ਹੋਈ ਹੈ। ਫੈਡਰਲ ਮੈਂਬਰ ਨੇ ਵੀ ਇਹ ਕਿਹਾ ਹੈ ਕਿ ਉਹਨਾਂ ਨੇ ਨਵਨਿੰਦਰ ਕੌਰ ਅਤੇ ਵਿਕਰਮਜੀਤ ਸਿੰਘ ਵਾਲਾ ਮਾਮਲਾ ਪੂਰੀ ਤਰ੍ਹਾਂ ਸੁਣਿਆ ਤੇ ਪੜਤਾਲਿਆ ਵੀ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹ ਪੂਰੀ ਮਦਦ ਕਰਨਗੇ।
ਇਹ ਖਬਰ ਨੂੰ ਦਿਖਾਉਣ ਦਾ ਮਕਸਦ ਕਿਸੇ ਨੂੰ ਡਰਾਉਣਾ ਜਾਂ ਫਿਰ ਕੋਈ ਸ਼ੱਕ ਪੈਦਾ ਕਰਨਾ ਨਹੀਂ ਹੈ, ਬਲਕਿ ਸਾਵਧਾਨ ਕਰਨਾ ਹੈ ਕਿ ਆਪਣਾ ਕੋਈ ਵੀ ਕੇਸ ਜਦ ਵੀ ਤੁਸੀਂ ਕਿਸੇ ਜ਼ਰੀਏ ਅਪਲਾਈ ਕਰਨਾ ਹੈ ਤਾਂ ਜੋ ਵੀ ਪੇਪਰ ਅਪਲਾਈ ਹੋ ਰਹੇ ਨੇ ਜਾਂ ਸਬੂਤ ਲਗਾਏ ਜਾ ਰਹੇ ਨੇ, ਉਹਨਾਂ ਦਸਤਾਵੇਜ਼ਾਂ ਦੀ ਇੱਕ ਕਾਪੀ ਆਪਣੇ ਕੋਲ ਜ਼ਰੂਰ ਮੰਗਵਾਓ ਅਤੇ ਸਮੇਂ-ਸਮੇਂ ਤੇ ਆਪਣੇ ਕੇਸ ਦੇ ਬਾਰੇ ਵਿੱਚ ਜਾਣਕਾਰੀ ਲੈਂਦੇ ਰਹੋ। ਇਸ ਨਾਲ ਹੀ ਇੱਕ ਵਾਰ ਮੁੜ ਤੋਂ ਇਸ ਖਬਰ ਲਈ punjabiakhbar.com ਦਾ ਧੰਨਵਾਦ ਕਰਦੇ ਹਾਂ। ਬਿਊਰੋ ਰਿਪੋਰਟ, ਹਮਦਰਦ ਨਿਊਜ਼।